ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਤੀ ਬਹਿਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਵੂਮਨ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਪਿੰਗਲਵਾੜਾ ਵਿਖੇ ਪਹੁੰਚੇ ਨੇ, ਜਿੱਥੇ ਉਹ ਪਿੰਗਲਵਾੜਾ ਦੇ ਮਰੀਜ਼ਾਂ ਦੇ ਉਹਨਾਂ ਦੇ ਹਾਲ ਚਾਲ ਜਾਣਨ ਲਈ ਇੱਥੇ ਪਹੁੰਚੇ ਨੇ। ਉਹਨਾਂ ਨੇ ਪਿੰਗਲਵਾੜਾ ਦੀਆਂ ਗਤੀਵਿਧੀਆਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਡੀਪਲੀ ਵਾਚਿਆ ਹੈ, ਉਹਨੂੰ ਸੁਣਿਆ ਹੈ। ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਸ ਦੇ ਹੱਲ ਲਈ ਵੀ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਉਹਨਾਂ ਦੀ ਗੱਲ ਸਰਕਾਰ ਨਾਲ ਕਰਾਂਗੇ। ਆਓ ਗੱਲ ਕਰਨੇ ਆ। ਜੀ ਦੀ ਬਲੈਸਿੰਗ ਲੈਣ ਆਈ ਹਾਂ। ਬਹੁਤ ਵੱਡਾ ਕੰਮ ਕਰ ਰਹੇ ਨੇ, ਪੂਰੀ ਦੁਨੀਆ 'ਚ ਨਾਮ ਹੈ ਪਿੰਗਲਵਾੜਾ। ਜੇ ਕੋਈ ਧਰਮ ਨੂੰ ਮੰਨਦਾ ਹੈ, ਕਿਸੇ ਵੀ ਧਰਮ ਸਥਾਨ 'ਤੇ ਸ਼ੀਸ਼ ਨਵਾਉਣ ਜਾਂਦਾ ਹੈ ਔਰ ਉਹਨੂੰ ਆਪਣੇ ਕਰਮ ਨਾਲ ਰਿਲੇਟ ਕਰਨਾ ਚਾਹੁੰਦਾ ਹੈ, ਜੇ ਇਨਸਾਨੀਅਤ ਜ਼ਿੰਦਾ ਹੈ ਤਾਂ ਇੱਕ ਵਾਰੀ ਪਿੰਗਲਵਾੜੇ ਜ਼ਰੂਰ ਆ ਕੇ ਇਹਨਾਂ ਦੀ ਮੈਨੇਜਮੈਂਟ ਤੇ ਬੀਬੀ ਜੀ ਨੂੰ ਜ਼ਰੂਰ ਮਿਲੇ। ਮੈਂ 2010 ਕੇ 11 'ਚ ਆਈ ਸੀ, ਮੇਰੇ ਬੱਚੇ ਛੋਟੇ ਸੀ, ਬੜੀ ਤਮੰਨਾ ਸੀ, ਪਰ ਮੈਨੂੰ ਇਹ ਨਹੀਂ ਪਤਾ ਸੀ। ਇਹ ਮੈਨੂੰ ਬੀਬੀ ਜੀ ਤੋਂ ਆ ਕੇ ਪਤਾ ਚੱਲਿਆ। ਕਿਸੇ ਨੇ ਦੱਸਿਆ ਵੀ ਨਹੀਂ ਕਿ ਇੱਥੇ ਲੇਡੀਜ਼ ਦੀਆਂ ਵੀ ਪ੍ਰੋਬਲਮਸ ਨੇ। ਬੀਬੀ ਜੀ ਨੂੰ ਇਹੋ ਲੱਗਦਾ ਸੀ ਕਿ ਸਾਰੇ ਅਫਸਰਾਂ ਦੀ ਜਿਹੜੀ ਇੱਕ ਸਰਕਾਰਾਂ ਦੀ ਇਮੇਜ ਬਣੀ ਹੋਈ ਹੈ ਕਿ ਸ਼ਾਇਦ ਕੋਈ ਇੱਥੇ ਆਉਣਾ ਹੀ ਨਹੀਂ ਚਾਹੁੰਦਾ, ਕੋਈ ਕਰਨਾ ਹੀ ਨਹੀਂ ਚਾਹੁੰਦਾ, ਜਾਂ ਕੋਈ ਆਪਣੀ ਇਮੋਸ਼ਨਸ ਨਾਲ ਰਿਲੇਟ ਕਰਕੇ। ਅਤੇ ਅੱਜ ਮੈਂ ਨਵੇਂ ਸਾਲ 'ਤੇ ਮੇਰੀ ਇੱਕ ਇੱਛਾ ਸੀ, ਮੇਰੀ ਇੱਕ ਵਿਸ਼ ਸੀ ਕਿ ਮੈਂ ਜਾਣਾ ਹੈ ਮਿਲਣ, ਬੀਬੀ ਜੀ ਦੀ ਬਲੈਸਿੰਗਸ ਲੈਣ ਜਾਣਾ, ਇੱਥੇ ਦੇਖਣ ਜਾਣਾ ਬੱਚਿਆਂ ਨੂੰ। ਪਰ ਜੋ ਮੈਨੂੰ ਇਹਨਾਂ ਨੇ ਦੱਸਿਆ ਕਿ ਇੱਥੇ ਬਹੁਤ ਸਾਰੀਆਂ ਲੇਡੀਜ਼ ਇੱਦਾਂ ਦੀਆਂ ਵੀ ਨੇ ਜਿਨ੍ਹਾਂ ਨਾਲ ਡੋਮੈਸਟਿਕ ਵਾਇਲੈਂਸ ਹੋਈ ਹੈ, ਔਰ ਇਹਨਾਂ ਨੇ ਮੈਨੂੰ ਆਉਂਦਿਆਂ ਹੀ ਕਿਹਾ ਕਿ ਅੱਜ ਪਹਿਲੀ ਵਾਰੀ ਕੋਈ ਕਮਿਸ਼ਨ ਦੀ ਚੇਅਰਪਰਸਨ ਇੱਥੇ ਆਈ ਹੈ ਔਰ ਤੁਹਾਡੀ ਬਹੁਤ ਲੋੜ ਹੈ। ਅਤੇ ਮੈਂ ਹੁਣ ਬਾਰ-ਬਾਰ ਹੀ ਇੱਥੇ ਬੀਬੀ ਜੀ ਨੂੰ ਮਿਲਣ ਆਉਂਦੀ ਰਹਾਂਗੀ ਔਰ ਇੱਥੇ ਜੋ ਮੇਰੇ ਕੋਲ ਬਣ ਪਾਏਗਾ ਮੈਂ ਕਰਦੀ ਰਹਾਂਗੀ। ਤੁਹਾਡੀ ਫਸਟ ਵਿਜ਼ਿਟ ਹੈ, ਉਸ ਤੋਂ ਹੋਰ ਕਈ ਰਾਜਨੀਤਿਕ ਇੱਥੇ ਆਉਂਦੇ ਨੇ ਜਾਂ ਆਉਣਾ ਚਾਹੁੰਦੇ ਨੇ, ਮਗਰ ਪਿੰਗਲਵਾੜਾ ਨੂੰ ਜਿਹੜੀ ਜ਼ਰੂਰਤ ਹੈ, ਜਿਹੜੀ ਬੇਸਿਕ ਜ਼ਰੂਰਤ ਹੈ, ਉਹ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ। ਕੀ ਹੈ ਇਸ ਬਾਰੇ? ਦੇਖੋ, ਇਹ ਬੀਬੀ ਜੀ ਨੇ ਮੈਨੂੰ ਦੱਸਿਆ, ਇਹ ਜੋ ਪੋਲੀਟੀਕਲ ਸਰਕਾਰਾਂ ਦੇ ਹੱਥ 'ਚ ਜਾਂ ਪੋਲੀਟੀਕਲ ਨੁਮਾਇੰਦਿਆਂ ਦੇ ਹੱਥ 'ਚ, ਮੈਂ ਉਸ ਸੀਟ 'ਤੇ ਨਹੀਂ ਹੈਗੀ। ਮੈਂ ਇੱਕ ਸੰਵਿਧਾਨਿਕ ਪੋਸਟ 'ਤੇ ਹਾਂ, ਮੈਂ ਉਸ ਬਾਰੇ 'ਚ ਕੀ ਕਮੈਂਟ ਕਰ ਸਕਦੀ ਹਾਂ। ਮੈਂ ਵੀ ਹਮੇਸ਼ਾ ਤੋਂ ਇਸ ਸੀਟ 'ਤੇ ਬੈਠੇ ਨਹੀਂ ਰਹਿ ਜਾਣਾ। ਇੱਕ ਦਿਨ ਜ਼ਰੂਰ ਸਮਾਂ ਆਏਗਾ, ਸੱਤਾ ਦੀ ਤਾਕਤ ਆਪਣੇ ਹੱਥ 'ਚ ਲਾਂਗੀ, ਫਿਰ ਉਦੋਂ ਜਦੋਂ ਵੀ ਉਹ ਤਾਕਤ ਹੱਥ 'ਚ ਲਾਂਗੀ ਸਿਰਫ ਆਪਣੀ ਗੱਲ ਕਰਾਂਗੀ, ਆਪਣੇ ਕੰਮ ਦੀ ਗੱਲ ਕਰਾਂਗੀ, ਕ੍ਰਿਟੀਸਾਈਜ਼ ਕਿਸੇ ਨੂੰ ਨਹੀਂ ਕਰਾਂਗੀ। ਮੈਨੂੰ ਕਮੈਂਟ ਕਰਨਾ ਨਹੀਂ ਚਾਹੀਦਾ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਪੋਲੀਟੀਕਲ ਨੁਮਾਇੰਦਾ ਹੋਏ, ਤੁਸੀਂ ਆਪਣੀ ਤੇ ਆਪਣੇ ਕੰਮ ਦੀ ਜੋ ਦੇਣਾ ਚਾਹੁੰਦੇ ਹੋ ਜਾਂ ਜੋ ਤੁਹਾਡਾ ਪਿਛਲਾ ਤੁਸੀਂ ਦਿੱਤਾ ਪਿਛਲੇ ਸਮੇਂ 'ਚ ਉਹਦੀ ਗੱਲ ਕਰੋ। ਤੁਸੀਂ ਆਪਣਾ ਸਾਰੀ ਐਨਰਜੀ, ਆਪਣਾ ਟਾਈਮ ਕ੍ਰਿਟਿਸਿਜ਼ਮ ਵਿੱਚ ਹੀ ਲਗਾ ਦਿੰਦੇ ਹੋ। ਉਹ ਮੈਨੂੰ ਲੱਗਦਾ ਹੈ ਕਿ ਹੁਣ ਲੋਕੀ ਬਹੁਤ ਸਿਆਣੇ ਹੋ ਰਹੇ ਨੇ, ਲੋਕੀ ਇਹ ਨਹੀਂ ਪਸੰਦ ਕਰਦੇ ਕਿ ਕ੍ਰਿਟਿਸਿਜ਼ਮ, ਤੁਸੀਂ ਆਪਣੀ ਗੱਲ ਕਰੋ। ਅਤੇ ਸਪੋਰਟ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ। ਸਮਾਂ ਬਦਲ ਰਿਹਾ, ਲੋਕ ਬਦਲ ਰਹੇ ਨੇ, ਮੀਡੀਆ ਦੇ ਲੋਕ ਬਦਲ ਰਹੇ ਨੇ, ਉਹਨਾਂ ਦੀ ਸੋਚ ਬਦਲ ਰਹੀ ਹੈ, ਅਤੇ ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਲੋਕੀ ਆਪਣੀ ਸੋਚ ਨੂੰ ਬਦਲਣਗੇ ਔਰ ਅੱਛੇ ਕੰਮ ਵੱਲ ਚੱਲਣਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਇੱਥੇ ਡੋਮੈਸਟਿਕ ਵਾਇਲੈਂਸ ਦੇ ਕੇਸ ਬੜੇ ਨੇ, ਕਿਉਂਕਿ ਇਹ ਇੱਕ ਉਹ ਅਦਾਰਾ ਹੈ ਜਿਹੜੇ ਇਹੋ ਜਿਹੇ ਕੇਸ ਨੇ ਇੱਕ ਜਗ੍ਹਾ 'ਤੇ ਇੱਕ ਘਰ ਦੇ ਵਿੱਚ ਹੀ ਦੱਬੇ ਰਹਿ ਜਾਂਦੇ, ਅੱਗੇ ਨਹੀਂ ਆਉਂਦੇ, ਕੋਈ ਇਹਨਾਂ ਨੂੰ ਤਰਜੀਹ ਨਹੀਂ ਦਿੰਦਾ, ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦਾ। ਕਿਆ ਮਹਿਲਾ ਕਮਿਸ਼ਨ ਇਸ ਬਾਰੇ ਜ਼ੋਰ ਦੇਗੀ? ਦੇਖੋ, ਮੇਰਾ ਤਾਂ ਸ਼ੁਰੂ ਤੋਂ ਹੀ ਇਹੋ ਹੈ, ਉਹਨੇ ਸਾਡਾ ਪੰਜਾਬ ਇੱਕ ਕੰਸਰਨ ਵੀ ਹੈ। ਮੇਰੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਕਿਸੇ ਦਾ ਘਰ ਨਾ ਟੁੱਟੇ। ਇਹ ਜਿਹੜੀ ਵੂਮਨ ਐਮਪਾਵਰਮੈਂਟ 'ਤੇ ਗੱਲ ਕਰਦੇ ਹਾਂ, ਮੈਨੂੰ ਲੱਗਦਾ ਹੈ ਟਾਈਮ ਟੂ ਟਾਈਮ ਸਰਕਾਰਾਂ ਬਹੁਤ ਵੱਡੇ ਹੁਣ ਇਲੈਕਸ਼ਨ ਆ ਰਹੇ ਨੇ, ਹਰ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਔਰਤ ਐਮਪਾਵਰਮੈਂਟ ਸਭ ਨੂੰ ਔਰਤਾਂ ਦਾ ਵੋਟ ਚਾਹੀਦਾ ਹੈ। ਪਰ ਦੱਸਣ ਤਾਂ ਸਹੀ ਕਿਉਂ ਚਾਹੀਦਾ ਔਰਤ ਦਾ ਵੋਟ? ਅੱਜ ਐਤਕੀ ਵਾਰੀ ਸਪੈਸ਼ਲੀ ਔਰਤ ਨੂੰ ਟਾਰਗੇਟ ਕੀਤਾ ਜਾ ਰਿਹਾ, ਔਰਤ। ਪਰ ਦੱਸਣ ਤਾਂ ਸਹੀ, ਸਾਰੀਆਂ ਪਾਰਟੀਆਂ ਨੂੰ ਇੱਕ ਤੁਹਾਡੇ ਰਾਹੀਂ ਮੈਸੇਜ ਹੈ, ਕਮ ਟੂ ਮੀ ਔਰ ਮੇਰੇ ਨਾਲ ਮੈਨੀਫੈਸਟੋ ਮੈਨੂੰ ਦੱਸੋ ਤੁਸੀਂ, ਕਿਉਂਕਿ ਜੋ ਮੈਂ ਜਾਣਦੀ ਹਾਂ, ਕਿਉਂਕਿ ਪੰਜਾਬ 'ਚੋਂ ਔਰਤ ਉੱਠ ਕੇ ਮੇਰੇ ਕੋਲ ਆ ਰਹੀ ਹੈ। ਔਰਤ ਨੂੰ ਮੁਸ਼ਕਿਲ ਹੁੰਦੀ, ਸਭ ਤੋਂ ਪਹਿਲਾਂ ਔਰਤ ਥਾਣੇ 'ਚ ਭੱਜਦੀ ਹੈ। ਅਤੇ ਕਿੰਨਾ ਕੁ ਤੁਹਾਡਾ ਜਿਹੜਾ ਸਪੋਰਟ ਸਿਸਟਮ ਹੈ, ਕਿੰਨਾ ਕੁ ਉਹਨਾਂ ਨੂੰ ਸੁਣ ਰਿਹਾ, ਕਿੰਨਾ ਕੁ ਮਿਲ ਰਿਹਾ, ਅਤੇ ਮੈਨੂੰ ਚਾਹੀਦਾ। ਲੋਕੀ ਜਜਮੈਂਟਲ ਹੋ ਜਾਂਦੇ ਨੇ, ਪਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ 2018 ਤੋਂ ਇਸ ਪੋਸਟ 'ਤੇ ਹਾਂ, ਮੈਂ ਘਰ ਜੋੜਨ 'ਤੇ ਹੀ ਰਹਿੰਦੀ ਹਾਂ। ਕਿਉਂਕਿ ਜੋ ਕਿਤਾਬੀ ਗੱਲਾਂ ਨੇ ਕਿ ਵੂਮਨ ਐਮਪਾਵਰਮੈਂਟ, ਵੂਮਨ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ, ਪਰ ਆਪਣਾ ਘਰ ਤੋੜ ਕੇ ਨਹੀਂ। ਸਾਡੀ ਸੰਸਕ੍ਰਿਤੀ, ਸਾਡਾ ਕਲਚਰ ਇਹ ਨਹੀਂ ਕਹਿੰਦਾ ਕਿ ਔਰਤ ਇੰਡੀਪੈਂਡੈਂਟ ਹੋ ਕੇ ਬੰਦੇ ਨੂੰ ਹਰਾਸ ਕਰੇ। ਕਿਆ ਔਰਤ ਇਕੱਲੀ ਬੱਚਾ ਪੈਦਾ ਕਰ ਸਕਦੀ ਹੈ? ਨਹੀਂ ਕਰ ਸਕਦੀ। ਅਤੇ ਕਿਆ ਮਰਦ ਨੂੰ ਵੀ ਇੱਕ ਸਪੋਰਟ ਸਿਸਟਮ ਔਰਤ ਦੀ ਲੋੜ ਹੈ, ਕਿਉਂਕਿ ਜੋ ਪਿਆਰ, ਜੋ ਤਿਆਗ,
ਜੋ ਇੱਕ ਤੁਹਾਨੂੰ ਅੱਗੇ ਤੁਹਾਡੇ ਵਜੂਦ ਨੂੰ ਲੈ ਕੇ ਜਾਂਦੀ ਔਰਤ ਹੀ ਹੈ, ਜੋ ਉਸ ਸ੍ਰਿਸ਼ਟੀ ਨੇ ਇੱਕ ਔਰਤ ਔਰ ਮਰਦ ਦਾ ਸੰਗਮ ਔਰ ਉਹ ਅੱਗੇ ਲਿਜਾਣ ਦਾ ਫਿਕਸ ਕਰਤਾ। ਤੇ ਆਪਾਂ ਤੁਸੀਂ ਕੌਣ ਆ, ਬੈਲੈਂਸ ਕਰਨ ਦੀ ਜ਼ਰੂਰਤ ਹੈ ਕਿ ਬੈਲੈਂਸ ਕਰਕੇ ਸਮਝ ਕੇ ਚਲੀਏ। ਤੇ ਮੇਰੇ ਕੋਲ ਜੋ ਬਣ ਸਕਦਾ ਹੈ, ਮੇਰੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਕੁਰਸੀ ਤੇ ਬੈਠ ਕੇ ਚਾਹੇ ਔਰਤ ਹੋਏ ਚਾਹੇ ਮਰਦ ਹੋਏ ਸਹੀ ਦੇ ਨਾਲ ਖੜਾ। ਮੈਨੂੰ ਇਹ ਜਦ ਤੱਕ ਵੀ ਮੈਂ ਇਸ ਪੋਸਟ ਤੇ ਆ, ਨਿਆਂ ਜਿੰਨਾ ਬਣ ਸਕਦਾ, ਜਿੰਨੇ ਘਰ ਜੋੜ ਸਕਦੀ ਆ ਜੋੜਾਂ। ਔਰ ਜਿਹੜੀ ਵਾਇਲੈਂਸ ਵੀ ਹੁੰਦੀ ਹੈ ਲੋਕਾਂ ਦੇ ਨਾਲ, ਮੈਂ ਔਰਤਾਂ ਨੂੰ ਟਾਈਮ ਟੂ ਟਾਈਮ ਕਈ ਵਾਰੀ ਆਪਣੇ ਪੇਜ ਤੋਂ ਵੀ ਲਾਈਵ ਲੈ ਕੇ ਮੈਸੇਜ ਦਿੰਦੀ ਆ। ਕਈ ਵਾਰੀ ਲੋਕੀ ਜਜਮੈਂਟਲ ਵੀ ਹੋ ਜਾਂਦੇ, ਬੀਬੀ ਜੀ ਕਹਿ ਦਿੰਦੇ ਫੇਮਸ ਹੋਣਾ ਚਾਹੁੰਦੀ ਹੈ, ਪਬਲਿਸਿਟੀ ਚਾਹੁੰਦੀ ਹੈ। ਹਾਂ ਮੈਂ ਉਹਨਾਂ ਨੂੰ ਅੱਜ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਹਾਂ ਚਾਹੁੰਦੀ ਹਾਂ ਮੈਂ ਕਿਵੇਂ ਲੋਕਾਂ ਨੂੰ ਪਤਾ ਲੱਗੇ, ਐਟਲੀਸਟ ਹਮੇਸ਼ਾ ਲਈ ਇਸ ਪੋਸਟ ਤੇ ਤਾਂ ਨਹੀਂ ਆ। ਉਹ ਇੱਕ ਕਹਾਣੀ ਸੁਣੀ ਬੀਬੀ ਜੀ, ਇੱਕ ਵਾਰੀ ਬੜੀ ਅੱਗ ਲੱਗੀ ਹੁੰਦੀ ਹੈ, ਇੱਕ ਕਊਆ ਦੂਰ ਬੈਠਾ ਦੇਖ ਰਿਹਾ ਹੁੰਦਾ, ਇੱਕ ਚਿੜੀ ਚੋਂ ਪਾਣੀ ਭਰ ਕੇ ਪਾ ਰਹੀ ਹੁੰਦੀ ਹੈ। ਉਹ ਕਹਿੰਦਾ ਤੇਰੇ ਪਾਣ ਨਾਲ ਅੱਗ ਬੁਝਣੀ ਨਹੀਂ। ਮੈਂ ਵੀ ਜਦੋਂ ਇਸ ਪੋਸਟ ਤੋਂ ਨਹੀਂ ਰਹਾਂਗੀ, ਐਟਲੀਸਟ ਮੈਨੂੰ ਕੋਈ, ਮੈਂ ਜੇ ਆਪਣੇ ਲੋਕਾਂ ਦੇ ਮੁਤਾਬਿਕ ਜੇ ਮੈਂ 10 ਘਰ ਵੀ ਜੋੜ ਦਿੱਤੇ ਹੋਣਗੇ ਤੇ ਉਹ ਕਹਿਣਗੇ ਤਾਂ ਸਹੀ ਕਿ ਕੋਈ ਮਨੀਸ਼ਾ ਗੁਲਾਟੀ ਸੀ। ਤੇ ਜ਼ਰੂਰਤ ਹੈ ਸਾਰੇ ਅਫਸਰਾਂ ਨੂੰ ਔਰ ਪੋਲੀਟੀਕਲ ਨੁਮਾਇੰਦਿਆਂ ਨੂੰ ਕਿ ਦੁਨੀਆ ਜਿੱਤ ਤੇ ਸਿਕੰਦਰ ਨੇ ਵੀ ਲਈ ਸੀ, ਰੋਟੀ ਫੁਲਕਾ ਉਹੀਓ ਹੀ ਖਾਣਾ ਜਾਣਾ ਹੈ, ਜਾਈਦਾ ਸ਼ਮਸ਼ਾਨ ਘਾਟ, ਪਰ ਉਸ ਜਿਹੜੀ ਵਾਪਸੀ ਹੁੰਦੀ ਹੈ ਉਹਨੂੰ ਯਾਦ ਰੱਖ ਕੇ ਇਨਸਾਨੀਅਤ ਨੂੰ ਜ਼ਿੰਦਾ ਰੱਖ ਕੇ ਕੰਮ ਕਰੀਏ। ਜਵਾਬ ਦੇਈਏ। ਚੋਣ ਮੈਨੀਫੈਸਟੋ ਦੀ ਤੁਸੀਂ ਗੱਲ ਕੀਤੀ ਕਿ ਲਗਾਤਾਰ ਹੀ ਹੁਣ ਸਿਆਸੀ ਪਾਰਟੀਆਂ ਵੱਲੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਲੇਕਿਨ 18 ਸਾਲ ਤੋਂ ਉੱਪਰ ਕੀ ਲੱਗਦਾ ਨਹੀਂ ਕਿ ਵੋਟ ਬੈਂਕਿੰਗ ਇੰਨੀ ਕੁ ਭਾਵਕ ਹੋ ਚੁੱਕੀ ਹੈ ਜਾਂ ਇੰਨੀ ਭਾਰੀ ਹੋ ਚੁੱਕੀ ਕਿ ਜਿਹੜੇ ਲੀਡਰ ਨੇ ਉਹ ਹਮੇਸ਼ਾ ਹੀ ਵੋਟ ਖਰੀਦਣ ਦੀ ਕੋਸ਼ਿਸ਼ ਕਰਦੇ, ਚਾਹੇ ਉਹ 1000 ਰੁਪਏ ਦੇ ਕਰਕੇ ਹੋਵੇ, ਮਹਿਲਾਵਾਂ ਨੂੰ ਖਾਸ ਤੌਰ ਤੇ। ਦੇਖੋ ਮਹਿਲਾਵਾਂ ਹੁਣ ਨਾ ਉਹ ਨਹੀਂ ਰਹੀਆਂ, ਹੁਣ ਉਹ ਅਬਲਾ ਨਾਰੀ ਨਹੀਂ ਰਹੀਆਂ। ਉਹਨਾਂ ਨੂੰ ਸਭ ਸਮਝ ਆਉਂਦਾ ਹੈ ਕਿ 1000 ਰੁਪਇਆ ਕਿ 1000 ਹੈ ਜਾਂ ਕੋਈ 2000 ਕਹਿ ਰਿਹਾ ਹੈ। ਚਲੋ, ਪਰ ਮੇਰਾ ਇਹ ਲੱਗਦਾ ਹੈ ਕਿ 1000 2000 ਤਾਂ ਤੁਸੀਂ ਫਿਕਸ ਕਰ ਰਹੇ ਹੋ। ਔਰਤਾਂ ਲਈ ਬਹੁਤ ਸਾਰੀਆਂ ਇਹੋ ਜਿਹੀ ਚੀਜ਼ਾਂ ਨੇ, ਰੋਜ਼ਗਾਰ ਲੈ ਕੇ ਆਓ, ਉਹਨਾਂ ਨੂੰ ਇੰਡੀਪੈਂਡੈਂਟ ਬਣਾਓ, ਹੋਰ ਬੜੇ ਸਾਰੇ ਕੰਮ ਕੀਤੇ ਜਾ ਸਕਦੇ ਨੇ। ਐਕਚੁਅਲੀ 'ਚ ਜਿਹੜੀਆਂ ਪ੍ਰੋਬਲਮਸ ਨੇ ਉਹ ਮੈਨੂੰ ਪਤਾ ਹੈ ਤੇ ਮੈਨੂੰ ਉਮੀਦ ਹੈ ਆਉਣ ਵਾਲੇ ਟਾਈਮ ਵਿੱਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਇਹ ਅਨਾਊਂਸਮੈਂਟਸ ਕਰ ਰਹੀਆਂ ਨੇ ਤੇ ਐਟਲੀਸਟ ਇੱਕ ਪੰਜਾਬ ਸਟੇਟ ਵਿਮਨ ਕਮਿਸ਼ਨ, ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਏ, ਤੇ ਮੇਰੇ ਨਾਲ ਗੱਲ ਕਰਨ, ਮੈਂ ਦੱਸਾਂਗੀ ਕਿ ਕਿੱਥੇ ਨੀਡ ਹੈ, ਕੀ ਔਰਤ ਦੀ ਕੀ ਜ਼ਰੂਰਤ ਹੈ। ਡਿਪੈਂਡ ਕਰਦਾ ਹੈ ਕਿ ਉਹ ਸਲਾਹ ਲੈਣਾ ਚਾਹੁੰਦੀਆਂ ਨੇ ਕਿ ਨਹੀਂ ਚਾਹੁੰਦੀਆਂ। ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਬੜਾ ਗੂੰਜਿਆ ਸੀਗਾ ਜੀ, ਉਹਨੂੰ ਕਿੰਨਾ ਕੁ ਸਮਝਦੇ ਸਫਲ ਹੋ ਪਾਇਆ ਕਿ ਨਹੀਂ ਹੋ ਪਾਇਆ ਜੀ? ਇਹ ਡਿਪੈਂਡ ਕਰਦਾ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਕਿ ਉਹਨਾਂ ਨੇ ਕਿਸ ਤਰ੍ਹਾਂ ਇਹਨੂੰ ਇੰਪਲੀਮੈਂਟ ਕੀਤਾ। ਮੈਨੂੰ ਲੱਗਦਾ ਹੈ ਕਈ ਵਾਰੀ ਕਈ ਸਲੋਗਨ ਹੀ ਰਹਿ ਜਾਂਦੇ ਨੇ, ਐਗਜ਼ੀਕਿਊਸ਼ਨ ਗਰਾਊਂਡ ਲੈਵਲ ਤੇ ਨਹੀਂ ਹੈਗਾ। ਇੱਕ ਲਾਸਟ ਸਵਾਲ ਹੈ ਜੀ, ਮੈਂ ਕਹਿਣਾ ਚਾਹ ਰਹੀ ਹਾਂ ਜਿਹੜੀ ਬਹੁਤ ਜ਼ਰੂਰੀ ਹੈ ਕਿ ਮੈਂਟਲ ਪੇਸ਼ੈਂਟਸ ਜਿਹੜੀ ਹੈ ਨਾ, ਖਾਸ ਕਰਕੇ ਲੇਡੀਜ਼, ਇਹਨਾਂ ਦੀ ਐਡਮਿਸ਼ਨ ਮੈਂਟਲ ਹਸਪੀਟਲ 'ਚ ਬਹੁਤ ਔਖੀ ਹੈ ਤੇ ਹੁਣ ਤਾਂ ਬਿਲਕੁਲ ਹੀ ਮਤਲਬ ਬੰਦ ਵਰਗੀ ਹੋ ਗਈ ਹੈ। ਤਾਂ ਇਹ ਜਿਹੜਾ ਪਿੰਗਲਵਾੜੇ 'ਚ ਜਿਹੜੀਆਂ ਸਕੈਟਰਿਕ ਪੇਸ਼ੈਂਟ ਜ਼ਿਆਦਾ ਆਉਂਦੀਆਂ ਨੇ, ਠੀਕ ਹੈ ਕਿ ਲੋਕੀ ਕਈ ਵਾਰੀ ਜਾਣ ਕੇ ਵੀ ਸਕੈਟਰਿਕ ਬਣਾ ਦਿੰਦੇ ਆ ਪ੍ਰਾਪਰਟੀ ਪਿੱਛੇ ਜਾਂ ਕਿਵੇਂ, ਪਰ ਫਿਰ ਵੀ ਜਿਹੜੀਆਂ ਸੜਕ ਤੇ ਰੁਲਦੀਆਂ ਨੇ ਅਸੀਂ ਉਹਨਾਂ ਨੂੰ ਕਿੱਥੇ ਐਡਮਿਟ ਕਰਾਈਏ, ਕਿਉਂਕਿ ਸਰਕਾਰ ਵੱਲੋਂ ਮੈਂਟਲ ਹਸਪਤਾਲ ਦੇ ਵਿੱਚ ਇਹਨਾਂ ਦੀ ਐਡਮਿਸ਼ਨ ਨਹੀਂ ਹੁੰਦੀ। ਜਿਹੜੀਆਂ ਲਵਾਰਸ ਨੇ ਔਰਤਾਂ, ਉਹਨਾਂ ਦੀ ਕੋਈ ਐਡਮਿਸ਼ਨ ਨਹੀਂ ਮੈਂਟਲ ਹਸਪੀਟਲ ਤੇ, ਇਲਾਜ ਕਿੱਥੇ ਹੋਵੇ ਉਹਨਾਂ ਦਾ ਫਿਰ। ਲੇਕਿਨ ਬੀਬੀ ਜੀ ਅੱਜ ਪਹਿਲੀ ਵਾਰ ਮੈਮ ਇੱਥੇ ਪਹੁੰਚੇ ਨੇ, ਕੋਈ ਵੀ ਜਿਹੜੇ ਸੀਗੇ ਕਮਿਸ਼ਨ ਦੇ ਲੋਕ ਇੱਥੇ ਨਹੀਂ ਪਹੁੰਚ ਪਾਏਗੇ, ਲੱਗਦਾ ਕਿ ਥੋੜਾ ਕੁ ਮਨੋਬਲ ਵੱਧਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਮੈਂ ਤਾਂ ਆਉਂਦੇ ਹੀ ਕਿਹਾ, ਮੈਂ ਸ਼ੁਕਰ ਆ ਕੋਈ ਪਹਿਲੀ ਵਾਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਪਿੰਗਲਵਾੜੇ ਪੈਰ ਪਾਇਆ ਹੈਗਾ, ਸਾਨੂੰ ਤੁਹਾਡੀ ਬਹੁਤ ਲੋੜ ਹੈਗੀ ਹੈ। ਆਉਂਦੇ ਹੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿਉਂਕਿ ਕਈ ਔਰਤਾਂ ਨਾ, ਜਿਵੇਂ ਫ੍ਰੀ ਲੀਗਲ ਏਡ ਬਿਊਰੋ, ਉਹਨਾਂ ਨੂੰ ਵੀ ਮੈਂ ਇਨਵਾਈਟ ਕੀਤਾ। ਸਾਡੇ ਇੱਕ ਲੇਡੀ ਸੀ ਸੈਕੈਟਰਿਕ ਹੋ ਗਈ ਸੀ, ਫਿਰ ਉਹਨਾਂ ਨੇ ਥੋੜੀ ਕੋਸ਼ਿਸ਼ ਕੀਤੀ, ਉਹਦਾ ਬੇਟਾ ਜਦੋਂ ਬੇਟਾ ਖੋਹ ਲੈਂਦੇ ਆ ਨਾ, ਇਹ ਵੀ ਸਿਆਪਾ ਹੈ ਨਾ, ਸਹੁਰੇ ਬੇਟਾ ਖੋਹ ਲੈਂਦੇ ਆ, ਸਭ ਤੋਂ ਵੱਡਾ ਹੈ ਨਾ ਉਹਨੂੰ ਮਾਂ ਪਿਓ ਸਾਂਭਦੇ ਨਾ ਸਹੁਰੇ ਸਾਂਭਦੇ। ਉਸ ਲੇਡੀ ਨੂੰ ਪੜ੍ਹੀ ਹੋਈ ਸੀਗੀ, PGDCA ਕੀਤੀ ਹੋਈ ਹੈ, ਪਰ ਫਿਰ ਉਹਨਾਂ ਨੇ ਇੱਕ ਦੋ ਵਾਰੀ ਕੋਰਟ ਦੇ ਵਿੱਚ ਕੀਤੀ ਕੋਸ਼ਿਸ਼, ਉਹਦੇ ਹਸਬੈਂਡ ਵੀ ਆਇਆ ਪੈਸੇ ਪੂਸੇ ਦਵਾਉਣ ਦੀ, ਪਰ ਮੇਰਾ ਖਿਆਲ ਨਹੀਂ ਗੱਲ ਬਣੀ ਨਹੀਂ ਹੈਗੀ, ਤੇ ਪੈਸੇ ਨਾ ਮਿਲੇ ਉਹਨਾਂ ਨੂੰ। ਲੇਕਿਨ ਬੀਬੀ ਜੀ ਐਜ਼ ਅ ਚੇਅਰਪਰਸਨ ਤੁਸੀਂ 1000 ਰੁਪਇਆ ਇੱਕ ਪਾਰਟੀ ਵੱਲੋਂ ਕਿ ਅਨਾਉਂਸ ਕੀਤਾ ਗਿਆ ਹੈ ਕਿ 18 ਸਾਲ ਤੋਂ ਵੱਧ ਦੀਆਂ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਦਿੱਤਾ ਜਾਏਗਾ, ਚਾਹੇ ਉਹ ਬਜ਼ੁਰਗ ਨੇ, ਕਿਆ ਇਹਨੂੰ ਸਮਝਦੇ ਹੋ ਕਿ ਇੱਕ ਔਰਤ ਲਈ ਇਸ ਤਰ੍ਹਾਂ ਦਾ ਪ੍ਰਲੋਭਨ ਦੇਣਾ ਉਹਨਾਂ ਨੂੰ ਕਿਆ ਠੀਕ ਲੱਗ ਰਿਹਾ? ਦੇਖੋ ਮੈਂ ਤਾਂ ਉਦੋਂ ਹੀ ਬੋਲੀ ਸੀ ਕਿ ਇਹ ਰਾਈਟ ਨਹੀਂ ਹੈ, ਠੀਕ ਨਹੀਂ ਹੈ, ਪਰ ਇਹ ਹੁਣ ਇੱਕ ਪੋਲੀਟੀਕਲ ਕਮੈਂਟ ਹੈ। ਪੋਲੀਟੀਕਲ ਪਾਰਟੀਆਂ ਹੋਰ ਵੀ ਬੜੀਆਂ ਸਾਰੀਆਂ ਅਨਾਉਂਸਮੈਂਟ, ਹਾਲੇ ਮੈਨੀਫੈਸਟੋ ਆਉਣ ਦਿਓ, ਫਿਰ ਦੁਬਾਰਾ ਤੋਂ ਬੈਠਾਂਗੇ ਇਹਦੇ ਤੇ, ਦੁਬਾਰਾ ਤੋਂ ਗੱਲ ਕਰਾਂਗੇ। ਲੇਕਿਨ ਮੈਮ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਮਿਆਰ ਡਿੱਗਦਾ ਜਾਂਦਾ ਵਾ, ਖਾਸ ਤੌਰ ਤੇ ਮਹਿਲਾਵਾਂ ਨੂੰ। ਉਹੀ ਜਿਹੜੀਆਂ ਆਪ ਕਮਾਉਂਦੀਆਂ ਉਹਨਾਂ ਨੂੰ 1000 ਰੁਪਏ ਦੇਣ ਦੀ ਲੋੜ ਕੀ ਹੈਗੀ ਹੈ? ਜੀ ਐਵੇਂ ਸਾਨੂੰ ਬੈਗਰਸ ਬਣਾਇਆ ਹੋਇਆ ਹੈ ਤੇ ਲੋਕ ਸਾਡੀ ਸੈਲਫ ਰਿਸਪੈਕਟ ਖਤਮ ਕੀਤੀ ਹੈ। ਯੈਸ
ਸਾਡੇ ਸੈਲਫ ਰਿਸਪੈਕਟ ਹੈ, ਅਸੀਂ ਕਿਉਂ ਲਈਏ ਸਰਕਾਰ ਬਿਨਾਂ ਮਤਲਬ ਤੋਂ। ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ। ਕਿਰਤ ਦਾ ਪੈਸਾ ਲੈਣਾ ਚਾਹੀਦਾ, ਇਸ ਤਰ੍ਹਾਂ ਦਾ ਪੈਸਾ ਲੈਣਾ ਹੀ ਨਹੀਂ ਚਾਹੀਦਾ। ਜਨਾਨੀਆਂ ਨੂੰ ਕਹਿ ਦੇਣਾ ਚਾਹੀਦਾ ਕਿ ਅਸੀਂ ਨਹੀਂ ਲੈਣਾ ਇਹ ਪੈਸਾ। ਲੇਕਿਨ ਉਹੀ ਨਾ ਸ਼ੋਸ਼ਣ ਬੀਬੀ ਜੀ ਬੜਾ ਹੋ ਰਿਹਾ, ਲਗਾਤਾਰ ਹੀ ਕਾਰਡ ਭਰਵਾਏ ਜਾ ਰਹੇ ਦੇਵਤਾ ਭਰ ਜੇ ਕਿਉਂ ਲੋਕੀ ਭਰਦੇ ਆ? ਕਾਰਡ ਹੀ ਭਰੇ ਰਹਿ ਜਾਣਗੇ। ਲੋਕੀ ਭਰਨ ਵਾਲੇ ਵੀ ਨਾ ਗਲਤ ਨੇ, ਇਹ ਇਕੱਲੇ ਪੋਲੀਟੀਸ਼ੀਅਨ ਗਲਤ ਨਹੀਂ ਹੈਗੇ, ਜਿਹੜੇ ਕਾਰਡ ਭਰਦੇ ਨੇ ਉਹ ਵੀ ਗਲਤ ਨੇ। ਕਿਉਂ ਭਰਦੀਆਂ ਕਾਰਡ? ਉਹਨਾਂ ਦੀ ਸੈਲਫ ਰਿਸਪੈਕਟ ਨਹੀਂ ਹੈਗੀ। ਅਸੀਂ ਕਿਉਂ ਬਿਨਾਂ ਕੰਮ ਕੀਤੇ ਕਿਸੇ ਕੋਲੋਂ 1000 ਰੁਪਏ ਲਈਏ? ਵੂਮਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਪਿੰਗਲਵਾੜਾ ਦੇ ਕੈਂਪਸ ਦੇ ਵਿੱਚ ਪਹੁੰਚੇ ਔਰ ਇੱਥੇ ਉਹਨਾਂ ਨੇ ਪਿੰਗਲਵਾੜਾ ਵੱਲੋਂ ਬੇਸਹਾਰਾ ਮਜ਼ਲੂਮ ਅਤੇ ਅਪਾਹਿਜ ਲੋਕਾਂ ਨੂੰ ਜਿਹੜਾ ਇੱਥੇ ਸੰਭਾਲਿਆ ਜਾਂਦਾ ਹੈ ਉਸ ਦੀ ਜਾਣਕਾਰੀ ਲਈ। ਔਰ ਪਿੰਗਲਵਾੜਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਇਸ ਗੱਲ ਤੋਂ ਬਹੁਤ ਖੁਸ਼ ਹੋਏ ਨੇ ਕਿ ਅੱਜ ਪਹਿਲੀ ਵਾਰ ਪਿੰਗਲਵਾੜਾ ਦੇ ਘਰ ਕੋਈ ਚੇਅਰਪਰਸਨ ਪਹੁੰਚੇ ਨੇ ਔਰ ਉਹਨਾਂ ਨੇ ਆ ਕੇ ਉਹਨਾਂ ਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਕਈ ਇਹੋ ਜਿਹੀਆਂ ਡੋਮੈਸਟਿਕ ਕੇਸ ਵਾਇਲੈਂਸ ਦੇ ਜਿਹੜੇ ਨੇ ਉਹ ਪਿੰਗਲਵਾੜਾ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਸਰਕਾਰ ਉਹਨਾਂ ਉੱਤੇ ਕੋਈ ਧਿਆਨ ਨਹੀਂ ਦਿੰਦੀ ਕਿਉਂਕਿ ਬੇਸਹਾਰਾ ਹੋਣ ਕਰਕੇ ਉਹ ਨਹੀਂ ਜਾ ਸਕਦੇ। ਪਰ ਮਨੀਸ਼ਾ ਗੁਲਾਟੀ ਨੇ ਇੱਥੇ ਪਹੁੰਚ ਕੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਹਰ ਇੱਕ ਹੱਲ ਉਹਨਾਂ ਦਾ ਕੀਤਾ ਜਾਏਗਾ। ਜਿਸ ਤਰ੍ਹਾਂ ਦਾ ਕੋਈ ਡੋਮੈਸਟਿਕ ਰੀਜ਼ਨ ਹੈ ਜਾਂ ਡੋਮੈਸਟਿਕ ਵਾਇਲੈਂਸ ਉਹਨਾਂ ਨਾਲ ਹੋਈ ਹੈ ਉਸ ਨੂੰ ਉਹ ਜ਼ਰੂਰ ਸੁਣਨਗੇ ਔਰ ਉਹਨਾਂ ਦਾ ਹੱਲ ਜ਼ਰੂਰ ਕੱਢਣਗੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ਅਤੇ ਮਾयूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।